ਪਿਛਲੇ ਕੁਝ ਦਿਨਾਂ ਤੋਂ ਕਿਊਬਿਕ ਦੇ ਰਿਜ਼ਲਟਸ ਬਹੁਤ ਸਪੀਡ ਨਾਲ ਦੇਖਣ ਨੂੰ ਮਿਲ ਰਹੇ ਨੇ। ਇਸ ਪਿੱਛੇ ਟੈਕਨੀਕਲ ਰੀਜ਼ਨ ਕੀ ਹੈ, ਅੱਜ ਦੀ ਵੀਡੀਓ 'ਚ ਇਸ ਟੌਪਿਕ ਤੇ ਚਰਚਾ ਕਰਾਂਗੇ ਤੇ ਜਨਵਰੀ ਇਨਟੇਕ ਨਾਲ ਜੁੜੇ ਦੋ ਵੱਡੇ ਅਪਡੇਟਸ ਬਾਰੇ ਚਰਚਾ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ। ਪਿਛਲੇ ਕੁਝ ਦਿਨਾਂ ਤੋਂ ਕਿਊਬਿਕ ਦੇ ਰਿਜ਼ਲਟ ਦੀ ਸਪੀਡ ਕਾਫੀ ਦੇਖਣ ਨੂੰ ਮਿਲ ਰਹੀ ਹੈ। ਇਸ ਪਿੱਛੇ ਟੈਕਨੀਕਲ ਰੀਜ਼ਨ ਇਹ ਹੈ ਕਿ ਕਿਊਬਿਕ ਗਵਰਨਮੈਂਟ ਸਪੈਸ਼ਲੀ ਗੱਲ ਕਰੀਏ ਤਾਂ ਮਿਨਿਸਟਰੀ ਆਫ ਐਜੂਕੇਸ਼ਨ ਐਂਡ ਮਿਨਿਸਟਰੀ ਆਫ ਇੰਟਰਨੈਸ਼ਨਲ ਅਫੇਅਰ ਨੇ IRCC ਯਾਨੀ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਅਪਰੋਚ ਕੀਤੀ ਤੇ ਉਹਨਾਂ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਜਿਹੜੇ ਤੁਸੀਂ ਕਿਊਬਿਕ ਦੇ ਰਿਜ਼ਲਟ ਰੋਕੇ ਹੋਏ ਨੇ, ਵੀਜ਼ਾ ਰੋਕੇ ਹੋਏ ਨੇ ਜਾਂ ਸਲੋ ਕੀਤੇ ਹੋਏ ਨੇ, ਉਸ ਦੇ ਨਾਲ ਕਿਊਬਿਕ ਦੇ ਜੋ ਕਾਲਜਿਸ ਨੇ ਜਾਂ ਇੰਸਟੀਚਿਊਟਸ ਨੇ ਉਹਨਾਂ ਦਾ ਮਨੋਬਲ ਡਾਊਨ ਹੋ ਰਿਹਾ ਹੈ ਤੇ ਸਪੈਸ਼ਲੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਕਿਊਬਿਕ ਦੀ ਰੈਪੂਟੇਸ਼ਨ ਹੈ ਜੋ ਡਾਊਨ ਹੋ ਰਹੀ ਹੈ, ਕਿਉਂਕਿ ਕਿਊਬਿਕ ਨੇ ਖੁਦ ਇਸ ਗੱਲ ਨੂੰ ਰਿਅਲਾਈਜ਼ ਕੀਤਾ ਕਿ ਕਿਊਬਿਕ ਦੇ ਰਿਜ਼ਲਟ ਦੀ ਸਪੀਡ ਸਲੋ ਹੋਣ ਦੇ ਕਾਰਨ ਜੋ ਇੰਟਰਨੈਸ਼ਨਲ ਸਟੂਡੈਂਟਸ ਦੀ ਪ੍ਰਾਇੋਰਟੀ ਕਿਸੇ ਟਾਈਮ ਦੇ ਉੱਤੇ ਕਿਊਬਿਕ ਹੁੰਦਾ ਸੀ ਤਾਂ ਹੁਣ ਇੰਟਰਨੈਸ਼ਨਲ ਸਟੂਡੈਂਟ ਜੋ ਆਉਣ ਵਾਲੇ ਸਟੂਡੈਂਟ ਨੇ ਉਹ ਕਿਊਬਿਕ ਤੋਂ ਨੂੰ ਅਪਲਾਈ ਕਰਨ ਤੋਂ ਗੁਰੇਜ਼ ਕਰ ਰਹੇ ਨੇ। ਹਾਲਾਂਕਿ IRCC ਨੇ ਇਸ ਦਾ ਰੀਜ਼ਨ ਦੱਸਿਆ ਕਿ ਡਾਕੂਮੈਂਟਸ ਡਿਮਾਂਡ ਕੀਤੀ ਹੋਈ ਹੈ, ਡਾਕੂਮੈਂਟਸ ਡਿਮਾਂਡ ਪੂਰੀ ਹੋਣ ਤੱਕ ਰਿਜ਼ਲਟ ਰੋਕੇ ਗਏ ਨੇ। ਤਾਂ ਕਿਊਬਿਕ ਨੇ ਕਲੀਅਰ ਕੱਟ ਸ਼ਬਦਾਂ ਦੇ ਵਿੱਚ ਇਸ ਦਾ ਆਨਸਰ ਦਿੱਤਾ ਕਿ ਜਿੰਨੇ ਵੀ ਡਾਕੂਮੈਂਟ ਡਿਮਾਂਡ ਕੀਤੇ ਗਏ ਸੀ ਸਾਰੇ ਸਟੂਡੈਂਟਸ ਦੇ ਡਾਕੂਮੈਂਟਸ ਆਲਰੇਡੀ ਪ੍ਰੋਪਰ ਤਰੀਕੇ ਨਾਲ ਜੋ ਹੈਗੇ ਕੰਪਲੀਟ ਹੋ ਚੁੱਕੇ ਨੇ। ਜਿਹੜੇ ਡਾਕੂਮੈਂਟਸ ਪੈਂਡਿੰਗ ਨੇ ਉਹ ਵੀ ਬਹੁਤ ਜਲਦੀ ਕੰਪਲੀਟ ਹੋ ਜਾਣਗੇ। ਤਾਂ ਕਿਊਬਿਕ ਨੇ ਗਵਰਨਮੈਂਟ ਨੇ ਇਸ ਗੱਲ ਲਈ ਉਸ ਦੇ ਉੱਤੇ ਪੂਰੀ ਜ਼ੋਰ ਬਣਾਇਆ, ਪੂਰਾ ਤਰੀਕੇ ਨਾਲ ਫੋਰਸ ਕੀਤਾ ਕਿ ਜਲਦ ਤੋਂ ਜਲਦ ਹੈ ਜੋ IRCC ਕਿਊਬਿਕ ਦੇ ਸਟੂਡੈਂਟਸ ਨੂੰ ਰਿਜ਼ਲਟ ਦੇਵੇ। ਤੇ ਉਸ ਦਾ ਰਿਜ਼ਲਟ ਵੀ ਆਪਾਂ ਨੂੰ ਪਿਛਲੇ ਕੁਝ ਦਿਨਾਂ 'ਚ ਦੇਖਣ ਨੂੰ ਮਿਲਿਆ ਤੇ ਆਉਣ ਵਾਲੇ ਦਿਨਾਂ 'ਚ ਵੀ ਦੇਖਣ ਨੂੰ ਮਿਲੇਗਾ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀ ਸਪੀਡ ਤੁਸੀਂ ਲਾਸਟ ਵੀਕ ਦੇ ਵਿੱਚ ਕਿਊਬਿਕ ਰਿਜ਼ਲਟਸ ਦੀ ਦੇਖੀ ਉਸ ਤੋਂ ਕਈ ਗੁਣਾ ਜ਼ਿਆਦਾ ਸਪੀਡ ਤੁਸੀਂ ਆਉਣ ਵਾਲੇ ਕੁਝ ਦਿਨਾਂ 'ਚ ਦੇਖੋ। ਪਹਿਲਾਂ ਇਹ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਕਿ ਕਿਊਬਿਕ ਦਾ ਜੋ ਬੈਕਲੌਗ ਹੈ ਉਸ ਨੂੰ ਕਵਰ ਹੋਣ ਤੇ ਈਜ਼ੀਲੀ ਜਨਵਰੀ ਮਹੀਨਾ ਆ ਜਾਵੇਗਾ, ਪਰ ਹੁਣ ਜਿਸ ਤਰੀਕੇ ਦੀ ਸਪੀਡ ਐਕਸਪੈਕਟ ਕੀਤੀ ਜਾ ਰਹੀ ਹੈ ਉਸ ਦੇ ਮੁਤਾਬਿਕ ਹੋ ਸਕਦਾ ਅਕਤੂਬਰ ਐਂਡ ਤੱਕ ਜਿੰਨਾ ਵੀ ਬੈਕਲੌਗ ਆ ਕਿਊਬਿਕ ਦਾ ਉਹ ਕਲੀਅਰ ਹੋ ਜਾਵੇਗਾ। ਤਾਂ ਕਿਊਬਿਕ ਦੇ ਤੋਂ ਰਿਜ਼ਲਟ ਆਉਣੇ ਸ਼ੁਰੂ ਹੋ ਚੁੱਕੇ ਨੇ। ਜਿਹੜੇ ਸਟੂਡੈਂਟਸ ਕਿਊਬਿਕ ਬਾਰੇ ਫਾਈਲ ਲਾਉਣ ਬਾਰੇ ਸੋਚ ਰਹੇ ਨੇ ਉਹ ਦੁਬਾਰਾ ਵਿਚਾਰ ਕਰ ਸਕਦੇ ਨੇ ਕਿ ਉਹ ਕਿਊਬਿਕ 'ਚ ਫਾਈਲ ਲਾਉਣ, ਪਰ ਕਿਊਬਿਕ ਮਿਨਿਸਟਰੀ ਅੱਜ ਦੇ ਟਾਈਮ ਦੇ ਉੱਤੇ ਇਸ ਦੇ ਉੱਤੇ ਕੰਪਲੀਟ ਤਰੀਕੇ ਦੇ ਨਾਲ ਐਕਸ਼ਨੇਬਲ ਲੱਗ ਰਹੀ ਹੈ, ਉਸਨੇ ਐਕਸ਼ਨ ਲੈਤਾ ਹੈਗਾ। ਤੇ ਦੋ ਵੱਡੇ ਅਪਡੇਟਸ ਜੋ ਜਨਵਰੀ ਇਨਟੇਕ ਲਈ ਆ ਰਹੇ ਨੇ ਉਹ ਕੀ ਨੇਗੇ ਕਿ ਜਨਵਰੀ ਇਨਟੇਕ ਦੇ ਲਈ ਜੋ ਹੈ IRCC ਨੇ ਨਾਨ ਅਸੈਂਸ਼ੀਅਲ ਟਰੈਵਲ ਨੂੰ ਵੀ ਇਸ ਦੇ ਵਿੱਚ ਇਨਕਲੂਡ ਕੀਤਾ 8th of September ਤੋਂ, ਯਾਨੀ ਕਿ 8th of September ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਟੂਡੈਂਟ ਵੀਜ਼ਾ ਹੀ ਇਸ ਦੇ ਵਿੱਚ ਇਨਕਲੂਡ ਸੀ, ਪਰ ਹੁਣ 8th of September ਤੋਂ ਇਸ ਦੇ ਵਿੱਚ ਟੂਰਿਸਟ ਵੀਜ਼ਾ ਵੀ ਇਨਕਲੂਡ ਹੋਵੇਗਾ, ਸਪਾਊਸ ਵੀਜ਼ਾ ਵੀ ਇਨਕਲੂਡ ਹੋਵੇਗਾ। ਪਰ ਜੇਕਰ ਤੁਸੀਂ ਇਸ ਵੀਜ਼ਾ ਤੇ ਜਾਣਾ ਤਾਂ ਸਪੈਸ਼ਲ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ ਫੁੱਲੀ ਵੈਕਸੀਨੇਟਡ ਹੋਵੋ, ਤੁਹਾਨੂੰ ਦੋਨੋਂ ਡੋਜ਼ ਵੈਕਸੀਨੇਸ਼ਨ ਦੀ ਲੱਗ ਚੁੱਕੀਆਂ ਹੋਣ ਤੇ ਵੈਕਸੀਨੇਸ਼ਨ ਲੱਗੇ ਨੂੰ ਵੀ 14 ਡੇਜ਼ ਕ੍ਰਾਸ ਹੋ ਚੁੱਕੇ ਹੋਣ। ਉਸ ਤੋਂ ਬਾਅਦ ਹੀ ਤੁਸੀਂ ਕੈਨੇਡਾ ਲਈ ਫਲਾਈ ਕਰੋ, ਕੈਨੇਡਾ ਦੇ ਲਈ ਟਰੈਵਲ ਕਰੋ। ਉਸ ਤੋਂ ਪਹਿਲਾਂ ਜੇਕਰ ਤੁਸੀਂ ਟਰੈਵਲ ਕਰੋਗੇ ਤਾਂ ਹੋ ਸਕਦਾ ਤੁਹਾਨੂੰ ਉੱਥੇ ਜਾ ਕੇ ਕੁਆਰੰਟੀਨ ਹੋਣਾ ਪਵੇ, ਜੋ ਕਿ ਇੱਕ ਐਕਸਟਰਾ ਐਕਸਪੈਂਸ ਤੁਹਾਨੂੰ ਬੀਅਰ ਕਰਨੇ ਪੈ ਸਕਦੇ ਨੇ। ਲੇਕਿਨ ਜਿਹੜੇ ਵੀ ਸਟੂਡੈਂਟਸ ਟੂਰਿਸਟ ਜਾਂ ਸਪਾਊਸ ਕੇਸ ਤੇ ਜਾ ਰਹੇ ਨੇ ਉਹ ਖੁਦ ਨੂੰ ਫੁੱਲੀ ਵੈਕਸੀਨੇਟਡ ਕਰਕੇ 14 ਡੇਜ਼ ਦਾ ਗੈਪ ਤੋਂ ਬਾਅਦ ਹੀ ਟਰੈਵਲ ਕਰਨ ਤਾਂ ਉਹਨਾਂ ਨੂੰ ਹੋਟਲ ਕੁਆਰੰਟੀਨ ਤੋਂ ਰਾਹਤ ਮਿਲੇਗੀ, ਜੋ ਕਿ ਇੱਕ ਬਹੁਤ ਵੱਡਾ ਖਰਚਾ ਵੀ ਹੈ। ਤਾਂ ਹੋਟਲ ਕੁਆਰੰਟੀਨ ਤੋਂ ਤੁਸੀਂ ਬਚ ਸਕਦੇ ਹੋ। ਤੁਸੀਂ ਹੋਮ ਕੁਆਰੰਟੀਨ ਜ਼ਰੂਰ ਤੁਹਾਨੂੰ ਹੋਣਾ ਪਵੇਗਾ, ਪਰ ਹੋਟਲ ਕੁਆਰੰਟੀਨ ਦਾ ਖਰਚਾ ਤੁਹਾਡਾ ਬਚ ਜਾਵੇਗਾ। ਦੂਸਰਾ ਵੱਡਾ ਅਪਡੇਟ ਇਹ ਹੈਗਾ ਕਿ ਜਿਹੜੇ ਵੀ ਸਟੂਡੈਂਟ ਜਨਵਰੀ ਇਨਟੇਕ ਲਈ ਫਾਈਲ ਲਗਾਉਣ ਜਾ ਰਹੇ ਨੇ ਉਹ ਬਿਲਕੁਲ ਵੀ ਡਿਲੇ ਨਾ ਕਰਨ। ਹਾਲਾਂਕਿ ਅਸੀਂ ਨਹੀਂ, ਹਰ ਇਮੀਗ੍ਰੇਸ਼ਨ ਇਸ ਚੀਜ਼ ਦੇ ਉੱਤੇ ਫੋਰਸ ਦੇ ਰਿਹਾ ਹੈਗਾ, ਹਰ ਏਜੰਟ ਇਸ ਦੇ ਉੱਤੇ ਦਬਾਅ ਦੇ ਰਿਹਾ ਹੈਗਾ ਕਿ ਜਨਵਰੀ ਇਨਟੇਕ ਲਈ ਬਿਲਕੁਲ ਵੀ ਡਿਲੇ ਨਾ ਕਰੋ। ਜ਼ਿਆਦਾਤਰ ਸਟੂਡੈਂਟ ਵੀ ਇਸ ਦੇ ਲਈ ਅਗਰੈਸਿਵ ਹੀ ਦਿਖ ਰਹੇ ਨੇ, ਉਹ ਜਨਵਰੀ ਇਨਟੇਕ ਲਈ ਬਹੁਤ ਤੇਜ਼ੀ ਨਾਲ ਅਪਲਾਈ ਕਰ ਰਹੇ ਨੇ, ਕਿਉਂਕਿ ਜਨਵਰੀ ਇਨਟੇਕ ਦੇ ਵਿੱਚ ਕੀ ਚੀਜ਼ਾਂ ਹੋਣ ਵਾਲੀਆਂ ਉਹ ਧਿਆਨ ਦੇਣ ਵਾਲੀਆਂ, ਕਿਉਂਕਿ ਕਈ ਵਾਰ PPR ਰਿਕੁਐਸਟ ਤੁਹਾਨੂੰ 15 ਦਿਨ 20 ਦਿਨ ਦੇ ਵਿੱਚ ਵੀ ਆ ਜਾਂਦੀ ਹੈ, ਪਰ ਮੋਸਟ ਆਫ ਦਾ ਕੇਸਿਸ ਦੇ ਵਿੱਚ PPR ਰਿਕੁਐਸਟ ਆਉਣ ਦੇ ਉੱਤੇ ਤੁਹਾਨੂੰ 1 ਤੋਂ 1.5 ਮਹੀਨੇ ਦਾ ਵੇਟ ਕਰਨਾ ਪੈਂਦਾ ਹੈਗਾ। ਜੇਕਰ ਤੁਸੀਂ ਜਨਵਰੀ ਇਨਟੇਕ ਲਈ ਹੁਣ ਫਾਈਲ ਲਗਾਓਗੇ ਤਾਂ ਹੋ ਸਕਦਾ ਤੁਹਾਨੂੰ ਵੀਜ਼ਾ ਲੈਣ ਲਈ ਅਕਤੂਬਰ ਨਵੰਬਰ ਤੱਕ ਦਾ ਮਹੀਨਾ ਚੜ੍ਹ ਜਾਵੇ। ਤਾਂ ਉਸ ਤੋਂ ਪਹਿਲਾਂ ਤੁਸੀਂ ਇਹ ਚੀਜ਼ ਜ਼ਰੂਰ ਕਲੀਅਰ ਕਰੋ ਕਿ ਜਨਵਰੀ ਇਨਟੇਕ ਨੂੰ ਇਮੀਡੀਏਟਲੀ ਅਪਲਾਈ ਕਰੋ, ਕਿਉਂਕਿ ਦਸੰਬਰ ਮਹੀਨੇ ਦੀਆਂ ਲੌਂਗ ਹੌਲੀਡੇਜ਼ ਵੀ ਤੁਹਾਡੇ ਵੀਜ਼ਾ ਨੂੰ ਇਫੈਕਟ ਕਰਨਗੀਆਂ, ਫਾਈਲ ਪ੍ਰੋਸੈਸਿੰਗ ਨੂੰ ਇਫੈਕਟ ਕਰਨਗੀਆਂ। ਜੇਕਰ ਤੁਸੀਂ ਜਨਵਰੀ ਇਨਟੇਕ ਲਾਉਣ ਬਾਰੇ ਸੋਚ ਰਹੇ ਹੋ ਤੇ ਤੁਹਾਡਾ ਇੱਕ ਮੋਡਿਊਲ ਦੇ ਵਿੱਚੋਂ 5.5 ਆ, ਜੋ ਕਿ ਜ਼ਿਆਦਾਤਰ ਸਟੂਡੈਂਟਸ ਦਾ ਕਈ ਵਾਰ ਹੁੰਦਾ ਵੀ ਹੈ,
ਤਾਂ ਜਦੋਂ ਤੁਸੀਂ ਆਫਰ ਲੈਟਰ ਲੈ ਲਵੋ, ਫਾਈਲ ਪ੍ਰੋਸੈਸ ਕਰ ਲਵੋ, ਉਸ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਧਿਆਨ ਰੱਖੋ ਕਿ ਤੁਸੀਂ ਆਪਣਾ ਆਇਲ ਸਕੋਰ ਜੋ ਹੈ ਉਹ ਇੰਪਰੂਵ ਕਰ ਲਵੋ। ਨਾਨ ਐਸਡੀਐਸ ਕੈਟਾਗਰੀ ਤੋਂ ਐਸਡੀਐਸ ਕੈਟਾਗਰੀ ਦੇ ਵਿੱਚ ਸ਼ਿਫਟ ਹੋ ਜਾਵੋ। ਤੇ ਇਸ ਦੇ ਨਾਲ ਕਿਉਂਕਿ ਪਿਛਲੇ ਅਗਸਤ ਮਹੀਨੇ ਦੀ ਗੱਲ ਕਰੀਏ ਤਾਂ ਨਾਨ ਐਸਡੀਐਸ ਸਟੂਡੈਂਟਸ ਨੂੰ ਜੋ ਰਿਜ਼ਲਟ ਆ ਜ਼ਿਆਦਾ ਅੱਛੇ ਦੇਖਣ ਨੂੰ ਨਹੀਂ ਮਿਲੇ। ਸੋ ਅਸੀਂ ਇਹੀ ਸੁਜੈਸਟ ਕਰਾਂਗੇ ਕਿ ਜੇਕਰ ਤੁਸੀਂ ਇੱਕ ਮੋਡਿਊਲ ਦੇ ਨਾਲ ਫਾਈਲ ਲਗਾ ਰਹੇ ਹੋ, ਆਫਰ ਲੈਟਰ ਮੰਗਵਾ ਰਹੇ ਹੋ, ਤਾਂ ਬਿਫੋਰ ਯੂਅਰ ਰਿਜ਼ਲਟ ਤੁਸੀਂ ਵੈਬ ਫਾਰਮ ਰੇਜ਼ ਕਰਕੇ ਆਪਣਾ ਜੋ ਨੈਕਸਟ ਰਿਜ਼ਲਟ ਹੋਵੇਗਾ, ਜੋ ਤੁਸੀਂ ਆਇਲਸ ਇੰਪਰੂਵ ਕਰੋਗੇ, ਜਲਦ ਤੋਂ ਜਲਦ ਅੰਬੈਸੀ ਤੱਕ ਪਹੁੰਚਾਓ ਤਾਂ ਕਿ ਤੁਹਾਨੂੰ ਰਿਜ਼ਲਟ ਉਸ ਦੇ ਅਕੋਰਡਿੰਗ ਮਿਲੇ, ਐਸਡੀਐਸ ਫਾਈਲ ਦੇ ਅਕੋਰਡਿੰਗ ਮਿਲੇ। ਜੇਕਰ ਤੁਸੀਂ ਕੈਨੇਡਾ ਦੀ ਫਾਈਲ ਲਗਾਉਣ ਜਾ ਰਹੇ ਹੋ, ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਸਵਾਲ ਹੈ, ਜਨਵਰੀ ਇਨਟੇਕ ਲਈ ਕੋਈ ਵੀ ਸਵਾਲ ਹੈ, ਤਾਂ ਸਾਡੇ WhatsApp ਨੰਬਰਾਂ ਤੇ ਤੁਸੀਂ ਆਪਣਾ ਸਵਾਲ ਛੱਡ ਸਕਦੇ ਹੋ। ਸਾਡੇ ਵੀਜ਼ਾ ਐਕਸਪਰਟ ਤੋਂ ਘਰ ਬੈਠੇ ਬਿਲਕੁਲ ਫ੍ਰੀ ਆਫ ਕਾਸਟ ਤੁਸੀਂ ਕਾਉਂਸਲਿੰਗ ਲੈ ਸਕਦੇ ਹੋ, ਤੇ ਕਾਉਂਸਲਿੰਗ ਲੈਣ ਲਈ ਜਲਦ ਤੋਂ ਜਲਦ ਆਪਣੇ ਆਪ ਨੂੰ ਰਜਿਸਟਰ ਕਰੋ।